ਸਰਦਾਰ ਨਰਿੰਦਰ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ। ਧਿਆਨ ਨਾਲ ਟੁਰੋ, ਝੱਲੇ ਜੇ ਹੋ ਕੇ। ਹਾਰੇ ਹੋਏ ਜੈਕਾਰਿਆਂ ਨਾਲ ਪੰਥ ਨਹੀਂ ਸਿਰਜੇ ਜਾ ਸਕਦੇ। ਕਈਆਂ ਦੇ ਜੀਵਨ ਅੰਦਰ ਜੋੜਾਂ ਵਿੱਚ ਦਰਦ ਉੱਠਣ ਤੋਂ ਸਿਵਾਏ ਕੁਝ ਨਹੀਂ ਵਾਪਰਦਾ। ਅਨੇਕਾਂ ਲੋਕ ਹਨ ਜਿਹੜੇ ਆਪਣਾ ਸਾਰਾ ਧਿਆਨ ਤੇ ਆਪਣੀ ਸਮੁੱਚੀ ਦ੍ਰਿਸ਼ਟੀ ਕੇਵਲ ਨੁਕਸ ਲੱਭਣ ਵਿੱਚ ਰੋਲ ਦਿੰਦੇ ਹਨ। ਉਹ ਬਹਾਰ ਵਿੱਚ ਵੀ ਪਤਝੜ ਨੂੰ ਉਡੀਕਦੇ ਹਨ। ਜਿਸ ਦਰਖਤ ਉੱਤੇ ਪਤਝੜ ਹੀ ਵਸਦੀ ਰਹੇ ਤੇ ਜਿਸ ਦਰਖਤ ਉੱਤੇ ਬਹਾਰ ਵਿੱਚ ਵੀ ਪੱਤੇ ਨਾ ਆਉਣ, ਉਸ ਦਰਖਤ ਉੱਤੇ ਕੋਈ ਵੀ ਪੰਛੀ ਆਲਣਾ ਨਹੀਂ ਪਾਉਂਦਾ। ਜਿਹੜੇ ਜਵਾਨੀ ਵਿੱਚ ਵੀ ਬਿਮਾਰ ਹੁੰਦੇ ਹਨ, ਉਹ ਕਿਸੇ ਦਾ ਆਦਰਸ਼, ਕਿਸੇ ਦਾ ਸਾਥ ਜਾਂ ਕਿਸੇ ਦਾ ਨਿੱਘ ਵੀ ਨਹੀਂ ਬਣਦੇ। ਜਿਹੜੇ ਬੂਟੇ ਧਰਤੀ ਦੀ ਥਾਂ ਗਮਲਿਆਂ 'ਚ ਉੱਗਦੇ ਹਨ, ਉਹਨਾਂ ਦੇ ਪਰਛਾਵੇਂ ਤਾਂ ਹੁੰਦੇ ਹਨ, ਪਰ ਉਹਨਾਂ ਦੀ ਛਾਂ ਨਹੀਂ ਹੁੰਦੀ। ਉਹਨਾਂ 'ਤੇ ਪੀਂਘਾਂ ਨਹੀਂ ਪੈਂਦੀਆਂ, ਉੱਥੇ ਤੀਆਂ ਨਹੀਂ ਲੱਗਦੀਆਂ, ਉੱਥੇ ਜ਼ਿੰਦਗੀ ਦੀ ਅਸੀਸ ਨਹੀਂ ਹੁੰਦੀ। ਉਹਨਾਂ ਦੇ ਬੂਹੇ ਜ਼ਿੰਦਗੀ ਵੱਲ ਖੁੱਲ੍ਹੇ ਨਹੀਂ ਹੁੰਦੇ। ਅੰਦਰੋਂ ਬੰਦ ਕੀਤੇ ਦਰਵਾਜ਼ਿਆਂ ਵਾਲਾ ਘਰ ਕਿਸੇ ਦੀ ਧਰਵਾਸ ਨਹੀਂ ਬਣਦਾ। ਅਜਿਹੇ ਘਰਾਂ ਦੀਆਂ ਕੰਧਾਂ ਛੱਤ ਦੀ ਜ਼ਿੰਮੇਵਾਰੀ ਚੁੱਕਣ ਤੋਂ ਇਨਕਾਰੀ ਹੋ ਜਾਂਦੀਆਂ ਹਨ। ਜ਼ਿੰਮੇਵਾਰੀ ਤੋਂ ਬਿਨਾਂ ਜ਼ਿੰਦਗੀ ਦੇ ਕੋਈ ਅਰਥ ਨਹੀਂ ਹੁੰਦੇ। ਜਦੋਂ ਮਨੁੱਖ ਨੂੰ ਜ਼ਿੰਮੇਵਾਰੀ ਮਿਲ ਜਾਂਦੀ ਹੈ, ਉਸ ਨੂੰ ਜ਼ਿੰਦਗੀ ਦਾ ਉਦੇਸ਼ ਮਿਲ ਜਾਂਦਾ ਹੈ। ਹਰ ਮਨੁੱਖ ਵਧੇਰੇ ਜ਼ਿੰਮੇਵਾਰੀ ਲਈ ਤੰਗਦਾ ਹੈ। ਇੱਕ ਦੂਜੇ ਦੀ ਜ਼ਿੰਮੇਵਾਰੀ ਚੁੱਕਣ ਨਾਲ ਅਸੀਂ ਸਾਰੇ ਸ਼ਕਤੀਸ਼ਾਲੀ ਹੋ ਸਕਦੇ ਹਾਂ। ਜਦੋਂ ਤੱਕ ਮਨੁੱਖ ਦੀ ਟੇਕ ਕਿਸਮਤ ਤੋਂ ਹਟ ਕੇ ਮਿਹਨਤ ਉੱਤੇ ਨਹੀਂ ਟਿਕਦੀ, ਜਦੋਂ ਤੱਕ ਉਸ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨਹੀਂ ਜਾਗਦੀ, ਉਦੋਂ ਤੱਕ ਜ਼ਿੰਦਗੀ ਵਿੱਚ ਇਨਕਲਾਬ ਵੀ ਨਹੀਂ ਵਾਪਰਦੇ। ਜ਼ਿੰਮੇਵਾਰੀ ਦੀ ਭਾਵਨਾ ਤੋਂ ਸੱਖਣਾ ਵਿਅਕਤੀ ਵਿਕਾਸ, ਪਰਿਵਰਤਨ ਅਤੇ ਭਵਿੱਖ ਦਾ ਵਿਰੋਧੀ ਹੁੰਦਾ ਹੈ। ਪਰਿਵਰਤਨ ਅਤੇ ਵਿਕਾਸ ਪ੍ਰਤੀ ਅਪਣਾਇਆ ਵਿਰੋਧੀ ਪੈਂਤੜਾ ਸਾਨੂੰ ਕਮਜ਼ੋਰ ਕਰ ਦਿੰਦਾ ਹੈ। ਸਾਡੇ ਕੋਲੋਂ ਜ਼ਿੰਦਗੀ ਦੀ ਸੇਧ ਗੁਆਚ ਜਾਂਦੀ ਹੈ। ਕਮਜ਼ੋਰਾਂ ਕੋਲ ਜੇ ਸੇਧ ਨਾ ਹੋਵੇ ਤਾਂ ਉਹ ਬਗਾਵਤ ਕਰਕੇ ਹੋਰ ਕਮਜ਼ੋਰ ਹੋ ਜਾਂਦੇ ਹਨ। ਬੱਚਿਆਂ ਕੋਲ ਜੇ ਆਦਰਸ਼ ਨਾ ਹੋਵੇ ਤਾਂ ਉਹਨਾਂ ਨੂੰ ਸੇਧ ਵੀ ਨਹੀਂ ਲੱਭਦੀ। ਜੇ ਤੁਹਾਡੇ ਬੱਚਿਆਂ ਵਿੱਚ ਕੁਝ ਨਵਾਂ ਕਰਨ ਦਾ ਸਾਹਸ ਨਹੀਂ, ਤਾਂ ਉਹ ਨਾ ਗਲਤੀਆਂ ਕਰਨ ਦੀ ਮੌਜ ਮਾਣ ਸਕਣਗੇ ਤੇ ਨਾ ਹੀ ਕੁਝ ਮੌਲਿਕ ਅਤੇ ਸੱਜਰਾ ਸਿਰਜ ਸਕਣਗੇ। ਕੁਝ ਨਵਾਂ ਕਰਨ ਲਈ ਆਪਣੀ ਮਾਤ ਭਾਸ਼ਾ ਵਿੱਚ ਨਿਪੁੰਨ ਹੋਣਾ ਅਤੇ ਆਪਣੇ ਦੇਸ਼ ਉੱਤੇ ਮਾਣ ਕਰਨਾ ਬੁਨਿਆਦੀ ਆਧਾਰ ਹਨ। ਜਿਹੜੀਆਂ ਕੌਮਾਂ ਆਪਣੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਆਪਣੀ ਮਾਤ ਭਾਸ਼ਾ ਵਿੱਚ ਨਹੀਂ ਦਿੰਦੀਆਂ, ਉਹੀ ਕੌਮਾਂ ਜਾਂ ਤਾਂ ਗੁਲਾਮ ਰਹਿ ਚੁੱਕੀਆਂ ਹੁੰਦੀਆਂ ਹਨ ਜਾਂ ਗੁਲਾਮ ਹੋ ਜਾਂਦੀਆਂ ਹਨ। ਅਜਿਹੀਆਂ ਕੌਮਾਂ ਦੇ ਜੀਵਨ ਵਿੱਚ ਨਕਲ ਪ੍ਰਧਾਨ ਹੁੰਦੀ ਹੈ। ਉਹਨਾਂ ਦੇ ਜੀਵਨ ਵਿੱਚ ਕੁਝ ਵੀ ਮੌਲਿਕ ਨਹੀਂ ਵਾਪਰਦਾ। ਅਜਿਹੇ ਲੋਕਾਂ ਕੋਲ ਕੱਪੜੇ ਅਨੇਕ ਹੁੰਦੇ ਹਨ, ਪਰ ਪਿੰਡੇ ਦੇ ਕੱਜੇ ਹੋਏ ਹੋਣ ਦਾ ਅਹਿਸਾਸ ਨਹੀਂ ਹੁੰਦਾ। ਪਕਵਾਨ ਬੇਸ਼ੁਮਾਰ ਹੁੰਦੇ ਹਨ, ਪਰ ਭੁੱਖ ਨਹੀਂ ਰੱਜਦੀ। ਸਫ਼ਰ ਦੇ ਬੜੇ ਸਾਧਨ ਹੁੰਦੇ ਹਨ, ਪਰ ਭਟਕਣ ਨਹੀਂ ਮਿਟਦੀ। ਧਨ ਅਥਾਹ ਹੁੰਦਾ ਹੈ, ਪਰ ਗਰੀਬੀ ਨਹੀਂ ਮੁੱਕਦੀ। ਅਜਿਹੇ ਲੋਕ ਸੋਚ, ਸਰੀਰ ਤੇ ਰੂਹ ਸਭ ਪੱਖਾਂ ਤੋਂ ਗਰੀਬ ਹੁੰਦੇ ਹਨ। ਅਜੋਕੇ ਸੰਸਾਰ ਦੀਆਂ ਉਹ ਕੌਮਾਂ ਅਤੇ ਉਹ ਦੇਸ਼ ਹੀ ਆਜ਼ਾਦ ਅਤੇ ਖੁਸ਼ਹਾਲ ਹਨ, ਜਿੱਥੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਉਹਨਾਂ ਦੀ ਮਾਤ ਭਾਸ਼ਾ 'ਚ ਮਿਲਦੀ ਹੈ। ਮਾਤ ਭਾਸ਼ਾ ਉਹ ਪੱਤਣ ਹੈ ਜਿੱਥੋਂ ਸਾਡੇ ਇਰਾਦਿਆਂ, ਵਿਚਾਰਾਂ ਤੇ ਸੁਪਨਿਆਂ ਨੇ ਜ਼ਿੰਦਗੀ ਦੇ ਦਰਿਆ ਵਿੱਚ ਠਿੱਲਣਾ ਹੁੰਦਾ ਹੈ। ਮਾਤ ਭਾਸ਼ਾ ਦਾ ਸੰਬੰਧ ਬਚਪਨ ਨਾਲ ਹੈ। ਬਚਪਨ ਨੂੰ ਅਸੀਂ ਜ਼ਿੰਦਗੀ ਭਰ ਨਹੀਂ ਭੁੱਲਦੇ। ਜਿਵੇਂ ਬੱਚੇ ਦੇ ਮੁੱਢਲੇ ਵਰ੍ਹੇ ਉਹਦੀ ਮਾਂ ਦੇ ਸਾਥ ਵਿੱਚ ਗੁਜ਼ਰਨੇ ਚਾਹੀਦੇ ਹਨ, ਉਵੇਂ ਹੀ ਮੁੱਢਲੇ ਵਿਚਾਰ ਤੇ ਮੁੱਢਲੀ ਕਲਪਨਾ ਮਾਤ ਭਾਸ਼ਾ ਵਿੱਚ ਜਾਗਣੀ ਚਾਹੀਦੀ ਹੈ। ਮਾਤ ਭਾਸ਼ਾ ਵਿੱਚ ਨਿਪੁੰਨ ਹੋਣ ਉਪਰੰਤ ਮਨੁੱਖ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ, ਕਿਉਂਕਿ ਮਨੁੱਖ ਨੇ ਜ਼ਿੰਦਗੀ ਦੇ ਕਈ ਪੱਤਣਾਂ ਉੱਤੇ ਵਿਚਰਨਾ ਹੁੰਦਾ ਹੈ। ਮਾਤ ਭਾਸ਼ਾ ਸਾਡੇ ਵਿੱਚ ਇਖਲਾਕੀ ਅਮੀਰੀ ਤੇ ਰੂਹਾਨੀ ਖੁਸ਼ਹਾਲੀ ਉਪਜਾਉਂਦੀ ਹੈ ਅਤੇ ਸਾਡਾ ਅਸਮਾਨ ਵੱਡਾ ਹੋ ਜਾਂਦਾ ਹੈ। ਮਾਤ ਭਾਸ਼ਾ ਸਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ।
ਮਾਤ ਭਾਸ਼ਾ ਤੋਂ ਬਿਨਾਂ ਸਾਡੇ ਵਿੱਚ ਮਾਲਕੀ ਦਾ ਅਹਿਸਾਸ ਨਹੀਂ ਜਾਗਦਾ ਅਤੇ ਸਾਡੀ ਸਥਿਤੀ ਨੌਕਰਾਂ ਵਾਲੀ ਬਣੀ ਰਹਿੰਦੀ ਹੈ। ਸੰਸਾਰ ਵਿੱਚ ਜ਼ਿੰਮੇਵਾਰੀ ਦੇ ਪੱਖ ਤੋਂ ਦੋ ਪ੍ਰਕਾਰ ਦੇ ਲੋਕ ਹੁੰਦੇ ਹਨ। ਇੱਕ ਉਹ ਜਿਨ੍ਹਾਂ ਨੂੰ ਕੰਮ ਦੱਸਣਾ ਪੈਂਦਾ ਹੈ ਅਤੇ ਦੂਜੇ ਉਹ ਜਿਹੜੇ ਆਪਣਾ ਕੰਮ ਆਪੇ ਲੱਭ ਲੈਂਦੇ ਹਨ। ਪਹਿਲੀ ਪ੍ਰਕਾਰ ਦੇ ਲੋਕਾਂ ਨੂੰ ਨੌਕਰ ਕਿਹਾ ਜਾਂਦਾ ਹੈ, ਜਦੋਂ ਕਿ ਦੂਜੀ ਪ੍ਰਕਾਰ ਦੇ ਲੋਕ ਮਾਲਕ ਹੁੰਦੇ ਹਨ ਜਾਂ ਮਾਲਕ ਬਣ ਜਾਂਦੇ ਹਨ। ਨੌਕਰੀ ਵਿੱਚ ਉਦੇਸ਼ ਜ਼ਿੰਮੇਵਾਰੀ ਤੋਂ ਬਚਣਾ ਹੁੰਦਾ ਹੈ, ਜਦੋਂ ਕਿ ਮਾਲਕ ਦੀ ਇੱਛਾ ਜ਼ਿੰਮੇਵਾਰੀ ਨਿਭਾਉਣ ਦੀ ਹੁੰਦੀ ਹੈ। ਜਿਹੜਾ ਕੰਮ ਜ਼ਿੰਮੇਵਾਰੀ ਨਾਲ ਨਾ ਕੀਤਾ ਜਾਏ ਅਤੇ ਜਿਸ ਵਿੱਚੋਂ ਆਨੰਦ ਨਾ ਮਿਲੇ, ਉਸ ਨੂੰ ਨੌਕਰੀ ਕਹਿੰਦੇ ਹਨ। ਨੌਕਰ ਰੁਕਾਵਟਾਂ ਦੀ ਭਾਸ਼ਾ ਬੋਲਦੇ ਹਨ। ਮਾਲਕ ਰੁਕਾਵਟਾਂ ਵਿੱਚੋਂ ਪੁਲ ਸਿਰਜ ਲੈਂਦੇ ਹਨ। ਕਹਿੰਦੇ ਹਨ, ਜਦੋਂ ਤੁਸੀਂ ਜ਼ਿੰਮੇਵਾਰੀ ਨੂੰ ਪ੍ਰਵਾਨ ਕਰ ਲਓਗੇ ਤਾਂ ਰੁਕਾਵਟਾਂ ਪੁਲ ਬਣਦੀਆਂ ਜਾਣਗੀਆਂ। ਮਾਲਕ ਕਦੇ ਵੀ ਬੇਰੁਜ਼ਗਾਰ ਨਹੀਂ ਹੁੰਦੇ। ਨੌਕਰ ਲੱਗਣ ਵਾਲੇ ਭਾਵਨਾ ਵਾਲੇ ਲੋਕ ਹੀ ਬੇਰੁਜ਼ਗਾਰ ਹੁੰਦੇ ਹਨ। ਨੌਕਰ ਦੀ ਭਾਵੇਂ ਕਿੰਨੀ ਵੀ ਤਨਖਾਹ ਹੋਵੇ, ਉਹ ਨੌਕਰ ਹੈ। ਮਾਲਕ ਦੀ ਆਮਦਨ ਭਾਵੇਂ ਕਿੰਨੀ ਵੀ ਥੋੜ੍ਹੀ ਹੋਵੇ, ਉਹ ਮਾਲਕ ਹੈ। ਜ਼ਿੰਮੇਵਾਰੀ ਦੀ ਭਾਵਨਾ ਨਾਲ ਨੌਕਰ ਵੀ ਮਾਲਕ ਬਣ ਸਕਦੇ ਹਨ, ਬੇਰੁਜ਼ਗਾਰ ਵੀ ਸਫਲ ਹੋ ਸਕਦੇ ਹਨ। ਸੰਸਾਰ ਦੀ ਦਿਲਚਸਪੀ ਤੁਹਾਨੂੰ ਸਫਲ ਬਣਾਉਣ ਵਿੱਚ ਹੈ, ਕਿਉਂਕਿ ਇਸ ਸੰਸਾਰ ਨੂੰ ਸਫਲ ਵਿਅਕਤੀਆਂ ਤੋਂ ਕਈ ਪ੍ਰਕਾਰ ਦਾ ਲਾਭ ਪਹੁੰਚਦਾ ਹੈ। ਅਸੀਂ ਅਸਫਲ ਇਸ ਲਈ ਹੁੰਦੇ ਹਾਂ ਕਿਉਂਕਿ ਸਾਡੀ ਆਪਣੀ ਸਫਲਤਾ ਵਿੱਚ ਵੀ ਦਿਲਚਸਪੀ ਨਹੀਂ ਹੁੰਦੀ। ਮੇਰੇ ਇੱਕ ਮਿੱਤਰ ਹਨ ਜਿਨ੍ਹਾਂ ਨੇ ਜ਼ਿੰਦਗੀ ਦਾ ਲੰਮਾ ਅਰਸਾ ਇਹ ਕਹਿੰਦਿਆਂ ਗੁਜ਼ਾਰ ਦਿੱਤਾ ਕਿ ਉਹਨਾਂ ਕੋਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂੰਜੀ ਨਹੀਂ ਹੈ। ਜਦੋਂ ਉਹਨਾਂ ਲਈ ਪੂੰਜੀ ਦਾ ਪ੍ਰਬੰਧ ਕੀਤਾ ਗਿਆ ਤਾਂ ਮਿਲਣੋਂ ਹੀ ਹਟ ਗਏ ਅਤੇ ਉਦੋਂ ਹੀ ਮਿਲੇ ਜਦੋਂ ਉਹਨਾਂ ਨੇ ਰਾਤ ਭਰ ਬੋਤਲ ਉੱਤੇ ਭਰਪੂਰ ਮਿਹਨਤ ਕਰਕੇ ਆਪਣੇ ਉੱਜੜਨ ਦੇ ਸੁਪਨੇ ਸਾਕਾਰ ਕਰ ਲਏ ਸਨ। ਉਹਨਾਂ ਨੇ ਆਪਣਾ ਮਕਾਨ ਵੇਚ ਦਿੱਤਾ ਹੈ ਅਤੇ ਆਪਣੀ ਬੀਵੀ ਨੂੰ ਆਪਣੀ ਅਸਫਲਤਾ ਦਾ ਦੋਸ਼ ਦਿੰਦੇ ਹੋਏ ਉਹਨੂੰ ਤਲਾਕ ਦੇਣ ਲਈ ਮੁਕੱਦਮਾ ਲੜ ਰਹੇ ਹਨ। ਕਿਸੇ ਦੀ ਸਫਲਤਾ ਵਿੱਚ ਕਿਸਮਤ ਇੱਕ ਬਹੁਤ ਛੋਟਾ ਜਿਹਾ ਪੱਖ ਹੁੰਦੀ ਹੈ, ਜਦੋਂ ਕਿ ਫੈਸਲਾਕੁਨ ਰੋਲ ਮਿਹਨਤ ਅਤੇ ਜ਼ਿੰਮੇਵਾਰੀ ਨਿਭਾਉਂਦੀ ਹੈ। ਮਿਹਨਤ ਤੋਂ ਬਿਨਾਂ ਜ਼ਿੰਮੇਵਾਰੀ ਦੇ ਅਤੇ ਜ਼ਿੰਮੇਵਾਰੀ ਤੋਂ ਬਿਨਾਂ ਮਿਹਨਤ ਦੇ ਕੋਈ ਅਰਥ ਨਹੀਂ ਹੁੰਦੇ। ਸੰਸਾਰ ਵਿੱਚ ਜਿਹੜੇ ਵਿਅਕਤੀ ਸਫਲ, ਪ੍ਰਸਿੱਧ ਜਾਂ ਮਹਾਨ ਹੋਏ ਹਨ, ਉਹਨਾਂ ਦੇ ਜੀਵਨ ਵੇਰਵੇ ਘੋਖ ਕੇ ਵੇਖ ਲਓ। ਕਿਸਮਤ ਵਰਗੀ ਚੀਜ਼ ਤੁਹਾਨੂੰ ਉਹਨਾਂ ਦੇ ਜੀਵਨ ਵਿੱਚ ਕਿਧਰੇ ਵੀ ਵਿਖਾਈ ਨਹੀਂ ਦੇਵੇਗੀ। ਉਹਨਾਂ ਨੇ ਉਹ ਸਥਿਤੀਆਂ ਆਪ ਉਪਜਾਈਆਂ ਸਨ ਜਿਨ੍ਹਾਂ ਨੂੰ ਅਸੀਂ ਕਿਸਮਤ ਕਹਿੰਦੇ ਹਾਂ। ਸਫਲ ਹੋਣ ਲਈ ਪੈਸਾ ਨਹੀਂ ਚਾਹੀਦਾ ਹੁੰਦਾ, ਜ਼ਿੰਮੇਵਾਰੀ ਦੀ ਭਾਵਨਾ ਚਾਹੀਦੀ ਹੁੰਦੀ ਹੈ। ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ ਅਤੇ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਬਹੁਤੇ ਧਨ ਦੀ ਲੋੜ ਭੈੜੀਆਂ ਆਦਤਾਂ ਲਈ ਹੀ ਹੁੰਦੀ ਹੈ। ਜ਼ਿੰਦਗੀ ਦੇ ਹਰ ਖੇਤਰ ਵਿੱਚ ਜਾਂ ਜੀਵਨ ਦੇ ਹਰ ਪੜਾਅ ਉੱਤੇ ਅਸਫਲ ਹੋਣਾ ਸੰਭਵ ਨਹੀਂ ਹੁੰਦਾ। ਸਫਲਤਾ ਹਮੇਸ਼ਾ ਮਿਹਨਤ ਅਤੇ ਜ਼ਿੰਮੇਵਾਰੀ ਦੇ ਅਨੁਪਾਤ ਵਿੱਚ ਹੀ ਮਿਲਦੀ ਹੈ। ਕਾਲਵਸ ਅਸੀਂ ਪਹਿਲੇ ਹੀ ਯਤਨ ਵਿੱਚ ਸਫਲ ਹੋਣਾ ਚਾਹੁੰਦੇ ਹਾਂ, ਜਦੋਂ ਕਿ ਜ਼ਿੰਦਗੀ ਸਾਡੇ ਤੋਂ ਹੋਰ ਅਭਿਆਸ, ਧੀਰਜ ਅਤੇ ਮਿਹਨਤ ਦੀ ਮੰਗ ਕਰਦੀ ਹੈ। ਕੋਈ ਵੀ ਪਹਿਲੇ ਯਤਨ ਵਿੱਚ ਸਫਲ ਨਹੀਂ ਹੁੰਦਾ। ਹਰ ਕਿਸੇ ਦੀ ਜ਼ਿੰਦਗੀ ਵਿੱਚ ਮੌਕੇ ਦੇ ਰੂਪ ਵਿੱਚ ਕਿਸਮਤ ਜਾਗਦੀ ਹੈ। ਕੋਈ ਸਾਰਾ ਦਿਨ ਸੁਪਨੇ ਵੇਖਦੇ ਰਹਿੰਦੇ ਹਨ, ਕਈ ਸਾਰਾ ਦਿਨ ਕੰਮ ਕਰਦੇ ਹਨ। ਸਫਲ ਉਹ ਹੁੰਦੇ ਹਨ ਜਿਹੜੇ ਪਹਿਲਾਂ ਸੁਪਨੇ ਵੇਖਦੇ ਹਨ ਅਤੇ ਫਿਰ ਉਸ ਸੁਪਨੇ ਨੂੰ ਅਸਲੀਅਤ ਵਿੱਚ ਉਲਥਾਉਣ ਲਈ ਜ਼ਿੰਮੇਵਾਰੀ ਨਾਲ ਮਿਹਨਤ ਕਰਦੇ ਹਨ। ਹਰ ਕੋਈ ਲੰਮਾ ਜੀਵਨ ਜਿਉਣਾ ਚਾਹੁੰਦਾ ਹੈ, ਪਰ ਕਿਸੇ ਕੋਲ ਕਿਉਂ ਦਾ ਕੋਈ ਉੱਤਰ ਨਹੀਂ ਹੁੰਦਾ। ਜਿਹੜੇ ਜ਼ਿੰਮੇਵਾਰੀ ਨਾਲ ਜਿਉਂਦੇ ਹਨ, ਉਹੀ ਸ਼ਿੱਦਤ ਨਾਲ ਜਿਉਂਦੇ ਹਨ। ਜਿੱਤਣ ਦੀ ਇੱਛਾ ਸਾਡੇ ਸਾਰਿਆਂ 'ਚ ਹੁੰਦੀ ਹੈ, ਪਰ ਕਾਰਜ ਸਾਡੇ ਅਸਫਲ ਹੋਣ ਵਾਲੇ ਹੁੰਦੇ ਹਨ। ਹਰ ਕੋਈ ਸਵਰਗ ਜਾ ਸਕਦਾ ਹੈ, ਪਰ ਕਰਮ ਸਾਡੇ ਨਰਕ ਜਾਣ ਵਾਲੇ ਹੁੰਦੇ ਹਨ। ਅਸੀਂ ਸਵਰਗ ਇਸ ਲਈ ਨਹੀਂ ਜਾ ਸਕਦੇ ਕਿਉਂਕਿ ਅਸੀਂ ਆਪਣੇ ਨਾਲ ਆਪਣਾ ਨਰਕ ਵੀ ਲੈ ਕੇ ਜਾਣਾ ਚਾਹੁੰਦੇ ਹਾਂ। ਅਸੀਂ ਕੰਮ ਲਾਪਰਵਾਹੀ ਨਾਲ ਕਰਦੇ ਹਾਂ, ਪਰ ਫਲ ਜ਼ਿੰਮੇਵਾਰੀ ਵਾਲਾ ਭਾਲਦੇ ਹਾਂ। ਜਿੱਥੇ ਸਾਰੇ ਰੋ ਰਹੇ ਹੋਣ, ਉੱਥੇ ਕੋਈ ਕਿਸੇ ਦੇ ਅਥਰੂ ਨਹੀਂ ਪੂੰਝਦਾ। ਜੇ ਤੁਸੀਂ ਆਪਣੀਆਂ ਲਾਪਰਵਾਹੀ ਵਾਲੀਆਂ ਆਦਤਾਂ ਨਹੀਂ ਬਦਲਣੀਆਂ ਤਾਂ ਹੋਰ ਗਿਆਨ ਕਿਉਂ ਪ੍ਰਾਪਤ ਕਰਨਾ ਚਾਹੁੰਦੇ ਹੋ? ਜੇ ਜ਼ਿੰਮੇਵਾਰੀ ਦੀ ਭਾਵਨਾ ਹੋਵੇ ਤਾਂ ਹਰ ਧੱਕਾ ਸਾਨੂੰ ਜ਼ਿੰਦਗੀ ਵਿੱਚ ਅੱਗੇ ਹੀ ਲੈ ਕੇ ਜਾਂਦਾ ਹੈ।
ਪਰ ਜੇ ਤੁਸੀਂ ਟਸ ਤੋਂ ਮਸ ਨਹੀਂ ਹੋਣਾ ਤਾਂ ਧੱਕੇ ਜਿੰਨੇ ਮਰਜ਼ੀ ਪੈਣ, ਤੁਸੀਂ ਕੁਝ ਵੀ ਨਹੀਂ ਸਿੱਖੋਗੇ। ਬਹੁਤੇ ਲੋਕ ਜਿਉਂਦੇ ਨਹੀਂ, ਉਹ ਮੌਤ ਨੂੰ ਟਾਲਣ ਦੇ ਆਰ ਵਿੱਚ ਰੁੱਝੇ ਰਹਿੰਦੇ ਹਨ। ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਕੰਮ ਕਰਕੇ ਥੱਕਦੇ ਹਨ। ਮਾਲਕ ਨਹੀਂ ਥੱਕਦੇ, ਥੱਕਦੇ ਨੌਕਰ ਹੀ ਹਨ। ਨੌਕਰ ਕੰਮ ਆਰੰਭਣ ਤੋਂ ਪਹਿਲਾਂ ਹੀ ਥੱਕੇ ਹੋਏ ਹੁੰਦੇ ਹਨ। ਸੱਚ ਤਾਂ ਇਹ ਹੈ ਕਿ ਕੰਮ ਵਿੱਚੋਂ ਕੋਈ ਥਕਾਵਟ ਨਹੀਂ ਉਪਜਦੀ। ਥਕਾਵਟ ਕੰਮ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਵਿੱਚ ਹੁੰਦੀ ਹੈ। ਸਾਡੀ ਕੰਮ ਵਿੱਚ ਦਿਲਚਸਪੀ ਨਹੀਂ ਹੁੰਦੀ। ਦਿਲਚਸਪੀ ਕੰਮ ਤੋਂ ਹੋਣ ਵਾਲੀ ਆਮਦਨ ਜਾਂ ਲਾਭ ਵਿੱਚ ਹੁੰਦੀ ਹੈ। ਜਦੋਂ ਤੱਕ ਕੰਮ ਵਿੱਚ ਦਿਲਚਸਪੀ ਨਹੀਂ ਉਪਜਦੀ, ਜਿਹੜੀ ਜ਼ਿੰਮੇਵਾਰੀ ਦੀ ਭਾਵਨਾ ਬਿਨਾਂ ਉਪਜ ਨਹੀਂ ਸਕਦੀ, ਉਦੋਂ ਤੱਕ ਸਾਡੇ ਅਨੁਭਵ, ਸਾਡੀ ਸੋਚ ਅਤੇ ਸਾਡੇ ਵਿਹਾਰ ਵਿੱਚ ਵਿਸ਼ਾਲਤਾ ਨਹੀਂ ਆਉਂਦੀ। ਮੈਨੂੰ ਉਹਨਾਂ ਦਿਨਾਂ ਦੀ ਉਡੀਕ ਹੈ ਜਦੋਂ ਸਕੂਲ ਲੱਗਣ ਵੇਲੇ ਬੱਚੇ ਉਵੇਂ ਦੌੜ ਕੇ ਪਹੁੰਚਿਆ ਕਰਨਗੇ ਜਿਵੇਂ ਅੱਜ ਕੱਲ੍ਹ ਉਹ ਛੁੱਟੀ ਹੋਣ ਵੇਲੇ ਸਕੂਲ ਵਿੱਚੋਂ ਬਾਹਰ ਨਿਕਲਦੇ ਹਨ। ਬਿਸਤਰੇ ਵਿੱਚ ਲੇਟ ਕੇ ਕੀਤੇ ਵਾਰ ਕਿਸੇ ਨੂੰ ਪੋਰਸ ਜਾਂ ਸਿਕੰਦਰ ਨਹੀਂ ਬਣਾ ਸਕਦੇ। ਸੰਸਿਆਂ ਨਾਲ ਕੀਤੇ ਪਿਆਰ ਵਿੱਚੋਂ ਹੀਰ ਜਾਂ ਰਾਂਝਾ ਨਹੀਂ ਉਪਜਦੇ। ਜੇ ਜ਼ਿੰਦਗੀ ਦੀ ਬਾਜ਼ੀ ਖੇਡਣੀ ਆਉਂਦੀ ਹੋਵੇ ਤਾਂ ਗੀਟੇ ਲੱਭਣੇ ਨਹੀਂ ਪੈਂਦੇ। ਸੌਖੀਆਂ ਜਿੱਤਾਂ ਦਾ ਮਾਣ ਸਤਿਕਾਰ ਨਹੀਂ ਹੁੰਦਾ। ਠੇਡਾ ਉਦੋਂ ਹੀ ਲੱਗਦਾ ਹੈ ਜਦੋਂ ਅਸੀਂ ਜ਼ਿੰਮੇਵਾਰੀ ਤੋਂ ਡਰ ਕੇ ਦੌੜਨ ਦਾ ਯਤਨ ਕਰਦੇ ਹਾਂ। ਰਾਹ ਪੈਰਾਂ ਦੀ ਆਬਰੂ ਹੁੰਦੇ ਹਨ। ਜਿਨ੍ਹਾਂ ਦੀਆਂ ਅੱਖਾਂ ਵਿੱਚ ਦੁਮੇਲਾਂ ਪ੍ਰਤੀ ਹੁੰਗਾਰਾ ਨਹੀਂ ਹੁੰਦਾ, ਉਹ ਸੰਸਿਆਂ ਸੰਗ ਲਾਵਾਂ ਫੇਰਿਆਂ ਵਾਂਗ ਉੱਥੇ ਹੀ ਘੁੰਮਦੇ ਰਹਿੰਦੇ ਹਨ। ਜਿਸ ਨੇ ਕਦੀ ਕੋਈ ਗਲਤੀ ਨਹੀਂ ਕੀਤੀ, ਉਸਨੇ ਕਦੇ ਕੋਈ ਮੁੱਲਵਾਨ ਅਨੁਭਵ ਵੀ ਪ੍ਰਾਪਤ ਨਹੀਂ ਕੀਤਾ ਹੁੰਦਾ। ਅਜਿਹੇ ਵਿਅਕਤੀ ਦਾ ਗਿਆਨ ਡੂੰਘਾ ਨਹੀਂ ਹੁੰਦਾ। ਗਿਆਨ ਕਦੇ ਵੀ ਸਾਨੂੰ ਮੁਸ਼ਕਿਲ 'ਚ ਨਹੀਂ ਪਾਉਂਦਾ। ਮੁਸ਼ਕਿਲ ਵਿੱਚ ਸਾਨੂੰ ਉਹ ਅਗਿਆਨਤਾ ਪਾਉਂਦੀ ਹੈ ਜਿਸ ਨੂੰ ਅਸੀਂ ਗਿਆਨ ਸਮਝਣ ਦਾ ਭੁਲੇਖਾ ਸਿਰਜ ਲੈਂਦੇ ਹਾਂ। ਜੀਵਨ ਦੀਆਂ ਮੁਸ਼ਕਿਲਾਂ ਹਰ ਕਿਸੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਦੇ ਵੱਖਰੇ ਵੱਖਰੇ ਹੋਣ ਕਾਰਨ ਹਨ। ਜਿਹੋ ਜਿਹੀ ਜ਼ਿੰਮੇਵਾਰੀ ਨਾਲ ਅਸੀਂ ਅੱਜ ਵਿਚਰਾਂਗੇ, ਉਹੋ ਜਿਹਾ ਹੀ ਸਾਡਾ ਕੱਲ੍ਹ ਹੋਵੇਗਾ। ਜੇ ਅੱਜ ਅਸੀਂ ਬੱਚਤ ਨਹੀਂ ਕਰਾਂਗੇ ਤਾਂ ਕੱਲ੍ਹ ਨੂੰ ਸਾਡੇ ਕੋਲ ਕੋਈ ਪੂੰਜੀ ਨਹੀਂ ਹੋਵੇਗੀ। ਜਿਨ੍ਹਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨਹੀਂ ਹੁੰਦੀ, ਉਹ ਲਾਟਰੀ ਰਾਹੀਂ ਅਮੀਰ ਹੋਣ ਦਾ ਭਰਮ ਪਾਲਦੇ ਹਨ। ਭਰਮ ਹੁੰਦੇ ਹਨ, ਇਹ ਕਦੇ ਯਥਾਰਥ ਨਹੀਂ ਬਣਦੇ। ਲਾਟਰੀ ਨਾਲ ਅਮੀਰ ਹੋਣ ਦੀ ਜਾਂ ਜੂਆ ਖੇਡ ਕੇ ਬੱਚਤ ਕਰਨ ਦੀ ਕੋਈ ਉਦਾਹਰਨ ਕਿਸੇ ਇਤਿਹਾਸ 'ਚ ਨਹੀਂ ਮਿਲਦੀ। ਸਾਡੇ ਇਤਿਹਾਸ ਨਾਲ ਸਾਡੇ ਵਿੱਚ ਨਿਰਮਾਣਤਾ ਹੋਣੀ ਚਾਹੀਦੀ ਸੀ, ਪਰ ਅਸੀਂ ਉਹਨੂੰ ਆਪਣੇ ਹੰਕਾਰ ਦਾ ਝੰਡਾ ਬਣਾ ਲਿਆ ਹੈ। ਸਰਬੱਤ ਦਾ ਭਲਾ ਕਿਸੇ ਦਾ ਸਿਰ ਲੈ ਕੇ ਨਹੀਂ ਹੁੰਦਾ, ਆਪਣਾ ਸੀਸ ਦੇ ਕੇ ਹੁੰਦਾ ਹੈ। ਨਿਰਮਾਣਤਾ ਨਾਲ ਸਾਡੇ ਪ੍ਰਭਾਵ ਦਾ ਜੁਗਰਾਫੀਆ ਵਿਸ਼ਾਲ ਹੋਣਾ ਚਾਹੀਦਾ ਸੀ, ਪਰ ਹੰਕਾਰ ਕਾਰਨ ਇਹ ਸੁੰਗੜ ਗਿਆ ਹੈ। ਜਿਸ ਕੌਮ ਕੋਲ ਡੂੰਘੀ ਜ਼ਿੰਮੇਵਾਰੀ ਦਾ ਅਹਿਸਾਸ ਅਤੇ ਤਾਰੀਖ ਦੀ ਅਮੀਰ ਵਿਰਾਸਤ ਹੋਵੇ, ਉਸ ਕੌਮ ਦੇ ਜੁਗਰਾਫੀਏ ਦਾ ਕੋਈ ਹੱਦ ਬੰਨਾ ਨਹੀਂ ਰਹਿੰਦਾ। ਜਿਹੜੀ ਕੌਮ ਜ਼ਿੰਮੇਵਾਰੀ ਨਾਲ ਵਿਚਰਨ ਦੀ ਥਾਂ ਬੇਮੁਹਾਰ ਹੋ ਕੇ ਵਿਚਰਦੀ ਹੈ, ਉਸ ਦੇ ਜੁਗਰਾਫੀ ਦੀਆਂ ਹੱਦਾਂ ਹੀ ਗੁਆਚ ਜਾਂਦੀਆਂ ਹਨ। ਉਸ ਦੀ ਹਵੇਲੀ ਸੁੰਗੜ ਕੇ ਪੀੜ੍ਹੀ ਜਿੰਨੀ ਥਾਂ ਰਹਿ ਜਾਂਦੀ ਹੈ। ਜਿਹੜੀ ਕੌਮ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ, ਉਸ ਤੋਂ ਜ਼ਿੰਮੇਵਾਰੀ ਵਾਲੇ ਸਾਰੇ ਕੰਮ ਖੋਹ ਲਏ ਜਾਂਦੇ ਹਨ। ਜ਼ਿੰਮੇਵਾਰੀ ਦੀ ਅਣਹੋਂਦ ਕਾਰਨ ਕੁਝ ਲੋਕਾਂ ਦਾ ਵਿਹਾਰ ਸਮੁੱਚੀ ਕੌਮ ਦੀ ਸਿਰ ਪੀੜ ਬਣ ਜਾਂਦਾ ਹੈ। ਅਜਿਹੇ ਸਮਾਜ ਭਵਿੱਖ ਵੱਲ ਨਹੀਂ, ਅਤੀਤ ਵੱਲ ਵੇਖਣ ਕਾਰਨ ਖੜੋਤ ਦਾ ਸ਼ਿਕਾਰ ਹੋ ਜਾਂਦੇ ਹਨ। ਸਮਾਜਿਕ ਵਰਤਾਰੇ ਆਪ ਨਹੀਂ ਬਦਲਦੇ। ਇਹਨਾਂ ਨੂੰ ਬਦਲਣ ਵਾਸਤੇ ਜ਼ਿੰਮੇਵਾਰੀ ਨਾਲ ਭਰੇ ਹੋਏ ਉੱਚੇ ਮੋਢਿਆਂ ਉੱਤੇ ਵੱਡੇ ਤੇ ਰੌਸ਼ਨ ਦਿਮਾਗਾਂ ਦੀ ਲੋੜ ਹੁੰਦੀ ਹੈ। ਸਮਾਜਿਕ ਵਰਤਾਰੇ ਉਦੋਂ ਬਦਲਦੇ ਹਨ ਜਦੋਂ ਹਰ ਕਿਸੇ ਨੂੰ ਆਪਣੇ ਵਿਚਾਰਾਂ ਨੂੰ ਜ਼ਿੰਮੇਵਾਰੀ ਨਾਲ ਪ੍ਰਗਟਾਉਣ ਤੇ ਹਰ ਕਿਸੇ ਵਿੱਚ ਜ਼ਿੰਮੇਵਾਰੀ ਨਾਲ ਸਹਿਮਤ ਜਾਂ ਅਸਹਿਮਤ ਹੋਣ ਦੀ ਖੁੱਲ੍ਹ ਹੁੰਦੀ ਹੈ। ਸਮਝਣਾ ਤੇ ਸਮਝਾਉਣਾ ਸਿੱਖਿਆ ਦੇ ਦੋ ਮੂਲ ਆਧਾਰ ਹਨ। ਵਿਚਾਰ ਵਿਚਾਰਾਂ ਨਾਲ ਵਿਆਹ ਕਰਕੇ ਨਵੇਂ ਵਿਚਾਰਾਂ ਨੂੰ ਜਨਮ ਦਿੰਦੇ ਹਨ। ਜੇ ਵਿਚਾਰਾਂ ਦਾ ਪ੍ਰਵਾਹ ਚੱਲ ਪਵੇ ਤਾਂ ਗਿਆਨ ਦੇ ਦਰਿਆ ਵਹਿਣ ਲੱਗ ਪੈਂਦੇ ਹਨ। ਕੋਈ ਵੀ ਕਵੀ ਆਰੰਭ ਵਿੱਚ ਹੀ ਮਹਾਂਕਾਵ ਨਹੀਂ ਲਿਖ ਸਕਦਾ। ਹਰ ਚਿੱਤਰਕਾਰ ਪਹਿਲਾਂ ਪਰੰਪਰਾਗਤ ਰੰਗਾਂ ਵਿੱਚ ਪਰੰਪਰਾਗਤ ਚਿੱਤਰ ਬਣਾਉਂਦਾ ਹੈ।
ਜਦੋਂ ਉਹਦੀ ਕਲਪਨਾ ਉਡਾਣ ਭਰਦੀ ਹੈ ਤਾਂ ਉਹਦੇ ਰੰਗ ਅਤੇ ਰੇਖਾਵਾਂ ਦੋਵੇਂ ਬਦਲ ਜਾਂਦੀਆਂ ਹਨ ਅਤੇ ਜ਼ਿੰਮੇਵਾਰੀ ਭਰੀ ਮਿਹਨਤ ਸਦਕਾ ਉਹ ਸਧਾਰਨ ਜਿਹਾ ਵਿਅਕਤੀ ਆਪਣੇ ਹੁਨਰ ਦੀ ਰੌਣਕ ਸਦਕਾ ਨਿਪੁੰਨ ਉਸਤਾਦ ਹੋ ਨਿਬੜਦਾ ਹੈ ਅਤੇ ਲੋਕ ਉਹਦੇ ਕੰਮ ਨੂੰ ਕਲਾ ਅਤੇ ਹੁਨਰ ਕਹਿਣ ਲੱਗ ਪੈਂਦੇ ਹਨ। ਆਪਣੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਕਿਸੇ ਦੀ ਅੱਖ ਵਿੱਚ ਤਲਵਾਰ ਨਾਲ ਕੱਜਲ ਪਾਉਣਾ ਕਿਸੇ ਮੇਲੇ ਦੇ ਦਰਸ਼ਕਾਂ ਨੂੰ ਤਾਂ ਹੈਰਾਨ ਕਰ ਸਕਦਾ ਹੈ, ਪਰ ਇਸ ਕਾਰਜ ਵਿੱਚ ਹੁਨਰ ਦਾ ਦਰਜਾ ਪ੍ਰਾਪਤ ਕਰਨ ਦੀ ਯੋਗਤਾ ਨਹੀਂ ਹੁੰਦੀ। ਜਿਸ ਕਲਾ ਨੂੰ ਦੂਜੇ ਲੋਕ ਅਪਣਾਉਣ ਲਈ ਤਿਆਰ ਨਹੀਂ ਹੁੰਦੇ, ਉਹ ਹੁਨਰ ਨਹੀਂ ਹੁੰਦਾ। ਹੁਨਰ ਦੇ ਬਲ ਨਾਲ ਇੱਕ ਸਧਾਰਨ ਵਿਅਕਤੀ ਵੀ ਉਸਤਾਦ ਬਣ ਜਾਂਦਾ ਹੈ। ਉਸਤਾਦ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਉਹ ਜਿਹੜੇ ਹੁਨਰ ਦੀ ਸਿਖਰ 'ਤੇ ਪਹੁੰਚ ਚੁੱਕੇ ਹੁੰਦੇ ਹਨ, ਪਰ ਇਕੱਲੇ ਹੁੰਦੇ ਹਨ। ਉਹਨਾਂ ਨੇ ਆਪਣਾ ਕੋਈ ਵਿਦਿਆਰਥੀ, ਚੇਲਾ ਜਾਂ ਸ਼ਾਗਿਰਦ ਤਿਆਰ ਨਹੀਂ ਕੀਤਾ ਹੁੰਦਾ। ਉਹ ਆਪਣਾ ਹੁਨਰ ਆਪਣੇ ਨਾਲ ਲੈ ਕੇ ਟੁਰ ਜਾਂਦੇ ਹਨ। ਦੂਜੇ ਉਹ ਜਿਹੜੇ ਆਪਣੇ ਕੰਮ ਵਿੱਚ ਨਿਪੁੰਨ ਹੋਣ ਦੇ ਯਤਨ ਵਿੱਚ ਵੀ ਰਹਿੰਦੇ ਹਨ ਅਤੇ ਉਹ ਇੱਕ ਚੰਗੇ ਉਸਤਾਦ ਵੀ ਹੁੰਦੇ ਹਨ, ਜਿਨ੍ਹਾਂ ਨੇ ਇੱਕ ਚੰਗੇ ਅਤੇ ਜ਼ਿੰਮੇਵਾਰ ਅਧਿਆਪਕ ਵਾਂਗ ਅਨੇਕਾਂ ਸ਼ਾਗਿਰਦ ਪੈਦਾ ਕੀਤੇ ਹੁੰਦੇ ਹਨ, ਜਿਹੜੇ ਉਹਨਾਂ ਦੀ ਜਗਾਈ ਜੋਤ ਨੂੰ ਅੱਗੇ ਲਿਜਾਂਦੇ ਹਨ ਅਤੇ ਵਿਰਸੇ 'ਚ ਮਿਲੀ ਪਗਡੰਡੀ ਨੂੰ ਸ਼ਾਹ ਰਾਹ ਬਣਾ ਦਿੰਦੇ ਹਨ, ਅਤੇ ਜਿਨ੍ਹਾਂ ਦੇ ਵਿਦਿਆਰਥੀ ਜੀਵਨ ਭਰ ਉਹਨਾਂ ਦੇ ਗੁਣ ਗਾ ਗਾ ਕੇ ਆਪਣਾ ਮਾਣ ਵਧਾਉਂਦੇ ਹਨ। ਹਰ ਕਿਸੇ ਦੀ ਜ਼ਿੰਦਗੀ ਵਿੱਚ ਅਨੇਕਾਂ ਅਜਿਹੇ ਉਸਤਾਦ ਆਉਂਦੇ ਹਨ ਜਿਹੜੇ ਸਾਨੂੰ ਅੰਦਰੋਂ ਬਾਹਰੋਂ ਬਦਲ ਦਿੰਦੇ ਹਨ। ਉਸਤਾਦ ਅਤੇ ਮਾਂ ਜ਼ਬਾਨ ਦੇ ਕੌੜੇ ਤਾਂ ਹੋ ਸਕਦੇ ਹਨ, ਮਨ ਦੇ ਮੈਲੇ ਨਹੀਂ ਹੁੰਦੇ। ਭੀੜ ਦੀ ਵਾਹਵਾ ਨਾਲੋਂ ਆਪਣੇ ਉਸਤਾਦ ਦਾ ਸਿਰ ਹਿੱਲਿਆ ਹੀ ਕਾਫੀ ਹੁੰਦਾ ਹੈ। ਸਾਡੇ ਸਕੂਲ ਵਿਚਲੀ ਇਮਾਰਤ ਦੇ ਥੰਮਲੇ ਸੰਗਮਰਮਰ ਦੇ ਅਤੇ ਛੱਤਾਂ ਉੱਚੀਆਂ ਨਹੀਂ ਸਨ। ਸਾਡੇ ਅਧਿਆਪਕ ਹੀ ਸਾਡੇ ਸਕੂਲ ਦੇ ਥੰਮਲੇ ਸਨ। ਉਹਨਾਂ ਵਿਚਲੀ ਜ਼ਿੰਮੇਵਾਰੀ ਦੀ ਭਾਵਨਾ ਹੀ ਸਾਡੇ ਸਕੂਲ ਦੀ ਸ਼ਕਤੀ ਸੀ। ਉਹਨਾਂ ਦਾ ਚਰਿੱਤਰ ਹੀ ਸਾਡੇ ਸਕੂਲ ਦੀ ਛੱਤ ਸੀ। ਸਾਡੇ ਸਕੂਲ ਵਿੱਚ ਲੰਮੇ ਉਸਤਾਦ ਤਾਂ ਕਈ ਸਨ, ਪਰ ਸਭ ਤੋਂ ਉੱਚੇ ਮਾਸਟਰ ਭਾਗ ਸਿੰਘ ਸਨ। ਜਿਵੇਂ ਸੰਸਾਰ ਦੇ ਹਰੇਕ ਜੀਅ ਦੀ ਲੋੜ ਪੂਰੀ ਕਰਨ ਲਈ ਸੂਰਜ ਕੋਲ ਚੋਖਾ ਚਾਨਣ ਹੁੰਦਾ ਹੈ, ਇਵੇਂ ਹਰ ਵਿਦਿਆਰਥੀ ਦੇ ਮੱਥੇ ਦੇ ਦੀਵੇ ਵਿੱਚ ਗਿਆਨ ਦੀ ਜੋਤ ਜਗਾਉਣ ਲਈ ਉਹਨਾਂ ਵਿੱਚ ਅਮਿੱਟਵਾਂ ਉਤਸ਼ਾਹ ਸੀ। ਸੂਰਜ ਦੇ ਚਾਨਣ ਬਦਲੇ ਅਸੀਂ ਸੂਰਜ ਨੂੰ ਕੀ ਦੇ ਸਕਦੇ ਹਾਂ? ਮਾਸਟਰ ਭਾਗ ਸਿੰਘ ਨੇ ਜੋ ਕੁਝ ਸਾਨੂੰ ਦਿੱਤਾ ਉਹ ਉਂਝ ਸਾਡੇ ਭਾਗਾਂ 'ਚ ਨਹੀਂ ਸੀ। ਮੇਰੇ ਕੋਲ ਕੁਝ ਵੀ ਨਹੀਂ ਜੋ ਮੈਂ ਉਹਨਾਂ ਦੇ ਪੈਰਾਂ 'ਤੇ ਟਿਕਾ ਸਕਾਂ। ਮੈਨੂੰ ਪਤਾ ਨਹੀਂ ਮਾਸਟਰ ਭਾਗ ਸਿੰਘ ਕਿੱਥੇ ਹਨ। ਉਹ ਜਿੱਥੇ ਵੀ ਹੋਣ, ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਲਾਡਲੇ ਵਿਦਿਆਰਥੀ ਉਹਨਾਂ ਨੂੰ ਬੜਾ ਯਾਦ ਕਰਦੇ ਹਨ ਅਤੇ ਸਦਾ ਸਦਾ ਯਾਦ ਕਰਦੇ ਰਹਿਣਗੇ। ਮੈਨੂੰ ਵਿਸ਼ਵਾਸ ਹੈ ਕਿ ਇਸ ਸੰਸਾਰ ਵਿੱਚ ਜਾਂ ਉਸ ਸੰਸਾਰ ਵਿੱਚ ਉਹ ਜਿੱਥੇ ਵੀ ਹੋਣਗੇ, ਉਹ ਉਸ ਥਾਂ ਦਾ ਸੁਭਾਗ ਹੋਣਗੇ। ਉਹ ਥਾਂ ਪਵਿੱਤਰ ਹੋਏਗੀ, ਸਭ ਪ੍ਰਕਾਰ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਏਗੀ। ਭ੍ਰਿਸ਼ਟਾਚਾਰ ਜ਼ਿੰਮੇਵਾਰੀ ਦੀ ਅਣਹੋਂਦ ਵਿੱਚੋਂ ਉਪਜਦਾ ਹੈ। ਵਿਅਕਤੀ ਅਤੇ ਪਰਿਵਾਰਾਂ ਵਾਂਗ ਧਾਰਮਿਕ ਸਥਾਨਾਂ ਜਾਂ ਸੰਸਥਾਵਾਂ ਨੂੰ ਵੀ ਜਦੋਂ ਉਹਨਾਂ ਦੀ ਲੋੜ ਅਤੇ ਸਮਰੱਥਾ ਨਾਲੋਂ ਵੱਧ ਆਮਦਨ ਹੋਣ ਲੱਗ ਪੈਂਦੀ ਹੈ ਤਾਂ ਉਹ ਭ੍ਰਿਸ਼ਟ ਹੋ ਜਾਂਦੀਆਂ ਹਨ। ਭ੍ਰਿਸ਼ਟ ਵਿਅਕਤੀਆਂ ਵਿੱਚੋਂ ਜ਼ਿੰਮੇਵਾਰੀ ਦੀ ਭਾਵਨਾ ਲੋਪ ਹੋ ਜਾਂਦੀ ਹੈ ਅਤੇ ਇੱਛਾਵਾਂ ਦੀ ਹਵਸ ਤੇ ਕਬਜ਼ੇ ਦੀ ਲਾਲਸਾ ਉਪਜਦੀ ਹੈ। ਇਸ ਸਥਿਤੀ ਵਿੱਚੋਂ ਹੀ ਵੈਰ ਵਿਰੋਧ, ਸਾੜਾ, ਈਰਖਾ, ਨਿੰਦਾ, ਚੁਗਲੀ, ਬੇਈਮਾਨੀ ਆਦਿ ਦੋਸ਼ ਉਗੜਦੇ ਹਨ। ਲਾਲਚ ਸਦਾ ਇਸ ਸੰਸਾਰ ਪ੍ਰਤੀ ਹੁੰਦਾ ਹੈ, ਜਦੋਂ ਕਿ ਤਿਆਗ ਅਗਲੇਰੇ ਸੰਸਾਰ ਦੇ ਲਾਲਚ ਵਿੱਚੋਂ ਉਪਜਦਾ ਹੈ। ਲਾਲਚ ਵਿੱਚੋਂ ਚਿੰਤਾਵਾਂ ਉਪਜਦੀਆਂ ਹਨ। ਚਿੰਤਾਵਾਂ ਸਾਨੂੰ ਵਧੇਰੇ ਲਾਲਚ ਲਈ ਬੇਵੱਸ ਕਰਦੀਆਂ ਹਨ। ਇਵੇਂ ਧਨ ਇੱਕ ਵਸੀਲਾ ਨਾ ਰਹਿ ਕੇ ਇੱਕ ਉਦੇਸ਼ ਬਣ ਜਾਂਦਾ ਹੈ। ਕਈ ਵਿਅਕਤੀ ਸਾਰੀ ਉਮਰ ਇਮਾਨਦਾਰ ਰਹਿ ਕੇ ਅੰਤ ਨੂੰ ਬੇਈਮਾਨ ਹੋ ਜਾਂਦੇ ਹਨ ਅਤੇ ਵੱਡੇ ਵੱਡੇ ਬੇਈਮਾਨਾਂ ਨੂੰ ਮਾਤ ਪਾ ਦਿੰਦੇ ਹਨ। ਉਹ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਰੁਤਬੇ ਦਾ ਮਜ਼ਾ ਲੈਣ ਲੱਗ ਪੈਂਦੇ ਹਨ। ਜਿਹੜੀਆਂ ਚੀਜ਼ਾਂ ਮਜ਼ਾ ਦਿੰਦੀਆਂ ਹਨ ਉਹ ਮਹਿੰਗੀਆਂ, ਨੁਕਸਾਨਦੇਹ, ਗੈਰ ਕਾਨੂੰਨੀ, ਸਮਾਜ ਅਤੇ ਪਰਿਵਾਰ ਵਿਰੋਧੀ ਹੁੰਦੀਆਂ ਹਨ। ਰਾਜਸੀ ਤਾਕਤ ਦੀ ਇੱਛਾ ਆਪਣੇ ਆਪ ਵਿੱਚ ਇੱਕ ਭ੍ਰਿਸ਼ਟ ਵਿਚਾਰ ਹੈ। ਭ੍ਰਿਸ਼ਟਾਚਾਰ ਭਾਵੇਂ ਕਿੰਨਾ ਵੀ ਫੈਲ ਜਾਏ,
ਪ੍ਰਸ਼ੰਸਾ ਇਮਾਨਦਾਰੀ ਦੀ ਹੀ ਹੋਵੇਗੀ। ਜ਼ਿੰਮੇਵਾਰੀ ਤੋਂ ਇਨਕਾਰੀ ਵਿਅਕਤੀਆਂ ਦੀ ਗਿਣਤੀ ਵੱਧ ਰਹੀ ਹੈ, ਇਸੇ ਲਈ ਭ੍ਰਿਸ਼ਟਾਚਾਰ ਫੈਲ ਰਿਹਾ ਹੈ। ਅਜੇ ਤੱਕ ਕਿਸੇ ਸ਼ਰੀਫ ਵਿਅਕਤੀ ਦੀ ਇਹ ਇੱਛਾ ਨਹੀਂ ਹੋਈ ਕਿ ਉਹ ਬਦਮਾਸ਼ ਨਜ਼ਰ ਆਏ। ਜਿਹੜੇ ਲੋਕ ਕੋਈ ਕੰਮ ਨਹੀਂ ਕਰਦੇ ਉਹ ਕੰਮ ਕਰਨ ਵਾਲਿਆਂ ਨਾਲੋਂ ਵਧੇਰੇ ਥੱਕੇ ਹੋਏ ਹੁੰਦੇ ਹਨ। ਜੇਕਰ ਮਨੁੱਖ ਵਿੱਚ ਕੰਮ ਕਰਨ ਦੀ ਆਦਤ ਨਾ ਹੁੰਦੀ ਤਾਂ ਨਾ ਉਸ ਨੂੰ ਭੋਜਨ ਹਜ਼ਮ ਹੋਣਾ ਸੀ ਤੇ ਨਾ ਉਹਨੂੰ ਨੀਂਦ ਆਉਣੀ ਸੀ, ਨਾ ਉਹਨੂੰ ਖਾਣ ਪੀਣ ਸਵਾਦ ਲੱਗਣਾ ਸੀ, ਨਾ ਉਸਨੇ ਤੰਦਰੁਸਤ ਹੋਣਾ ਸੀ। ਨਾ ਹੀ ਮਨੁੱਖ ਇੰਨਾ ਸਿਆਣਾ ਅਤੇ ਤਕੜਾ ਹੋਣਾ ਸੀ ਤੇ ਨਾ ਹੀ ਉਹਨੇ ਕਿਸੇ ਦੇ ਕੰਮ ਆ ਸਕਣਾ ਸੀ। ਨਾ ਹੀ ਉਸਨੂੰ ਖੁਸ਼ੀ ਦਾ ਅਨੁਭਵ ਹੋਣਾ ਸੀ, ਨਾ ਹੀ ਉਸਨੇ ਕਿਸੇ ਨੂੰ ਪਿਆਰ ਕਰ ਸਕਣਾ ਸੀ। ਜੇ ਪਿਆਰ ਸੋਨੇ ਨਾਲ ਖਰੀਦਿਆ ਜਾ ਸਕਦਾ ਹੁੰਦਾ ਤਾਂ ਹੀਰ ਰਾਂਝੇ ਦੀ ਨਹੀਂ, ਸੋਨੇ ਦੀ ਲੰਕਾ ਵਾਲੇ ਰਾਵਣ ਦੀ ਪ੍ਰੇਮਿਕਾ ਹੁੰਦੀ। ਆਪਣੇ ਆਪ ਨੂੰ ਸਮਝੇ ਬਿਨਾਂ ਸੰਸਾਰ ਨੂੰ ਨਹੀਂ ਸਮਝਿਆ ਜਾ ਸਕਦਾ। ਇਸ ਸਮਝ ਲਈ ਆਪਣੀ ਜ਼ਿੰਮੇਵਾਰੀ ਆਪ ਚੁੱਕਣੀ ਪਏਗੀ। ਜਿੱਤਣ ਤੇ ਖੋਹਣ ਵਿੱਚ ਅੰਤਰ ਸਪਸ਼ਟ ਹੈ। ਪੁਰਸ਼ ਨੇ ਕਦੇ ਵੀ ਇਸਤਰੀ ਦਾ ਸਾਥ ਹਿੰਮਤ ਕਰਕੇ ਜਿੱਤਿਆ ਨਹੀਂ, ਫਰੇਬ ਕਰਕੇ ਖੋਇਆ ਹੈ। ਜੇ ਉਸਨੇ ਇਸਤਰੀ ਦੇ ਮਨ ਦੀ ਸਿਤਾਰ ਉੱਤੇ ਆਪਣੇ ਦਿਲ ਦੀ ਮਿਜ਼ਰਾਬ ਫੇਰੀ ਹੁੰਦੀ ਤਾਂ ਪੁਰਸ਼ ਵਾਸਤੇ ਇਸਤਰੀ ਕਦੇ ਵੀ ਬੁਝਾਰਤ ਨਾ ਬਣਦੀ। ਮਨੁੱਖ ਮੱਛੀ ਨੂੰ ਹਮੇਸ਼ਾ ਵਿਸ਼ਵਾਸ ਵਿੱਚ ਲੈ ਕੇ ਧੋਖਾ ਦਿੰਦਾ ਹੈ। ਫੁੱਲ ਤੋੜਨਾ ਕਦੇ ਵੀ ਮਨ੍ਹਾ ਨਹੀਂ ਹੁੰਦਾ। ਫੁੱਲ ਤੋੜਨ ਦਾ ਹੱਕ ਉਸ ਨੂੰ ਹੁੰਦਾ ਹੈ ਜਿਸ ਨੇ ਉਸ ਫੁੱਲ ਨੂੰ ਫੁੱਲ ਬਣਾਉਣ ਦੀ ਜ਼ਿੰਮੇਵਾਰੀ ਨਿਭਾਈ ਹੁੰਦੀ ਹੈ। ਵੇਲੇ ਸਿਰ ਫੁੱਲ ਨਾ ਤੋੜਨ ਨਾਲ ਟਹਿਣੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਬੂਟਿਆਂ ਦੀ ਉਮਰ ਘੱਟ ਜਾਂਦੀ ਹੈ। ਜ਼ਿੰਦਗੀ ਦੇ ਦਿਹਾੜੇ ਘੱਟ ਜਾਂਦੇ ਹਨ। ਰੱਬ ਕਰੇ ਤੁਸੀਂ ਜ਼ਿੰਦਗੀ ਦੇ ਸਾਰੇ ਦਿਹਾੜੇ ਜੀਵੋ। ਜਿਉਣ ਲਈ ਧਿਆਨ ਤੇ ਜ਼ਿੰਮੇਵਾਰੀ ਨਾਲ ਟੁਰਨਾ ਥੋੜ੍ਹੇ ਜਿਹੇ ਝੱਲੇ ਹੋ ਗਏ। ਧੰਨਵਾਦ।